ਜੈ ਗੁਰੂ ਜੀ। ਸ਼ੁਕਰਾਨਾ ਗੁਰੂ ਜੀ। ਗੁਰੂ ਜੀ ਦੀ ਆਗਿਆ ਨਾਲ ਸੰਪੂਰਨ ਸ਼ਿਵ ਮਹਾਪੁਰਾਣ ਦੂਜਾ ਅਧਿਆਇ, ਪਹਿਲਾ ਖੰਡ, ਦੂਜਾ ਅਧਿਆਇ। ਪੰਜਾਬੀ ਵਿੱਚ ਸ਼ੌਨਕਾਦੀ ਰਿਸ਼ੀਆਂ ਦੇ ਮੂੰਹੋਂ ਨਿਕਲੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਸੂਤ ਜੀ ਬਹੁਤ ਖੁਸ਼ ਹੋਏ। ਉਸ ਤੋਂ ਬਾਅਦ ਉਹਨਾਂ ਨੂੰ ਖੁਸ਼ ਕਰਦੇ ਹੋਏ ਇਸ ਤਰ੍ਹਾਂ ਕਹਿਣ ਲੱਗੇ, ਹੇ ਸ਼ੌਨਕਾਦੀ ਰਿਸ਼ੀਓ, ਤੁਸੀਂ ਜੋ ਸਵਾਲ ਮੇਰੇ ਤੋਂ ਕੀਤਾ ਹੈ ਉਹੀ ਸਵਾਲ ਇੱਕ ਵਾਰ ਨਾਰਦ ਜੀ ਨੇ ਸ਼੍ਰੀ ਬ੍ਰਹਮਾ ਜੀ ਤੋਂ ਕੀਤਾ ਸੀ। ਉਸ ਸਮੇਂ ਬ੍ਰਹਮਾ ਜੀ ਨੇ ਉਹਨਾਂ ਨੂੰ ਤਸੱਲੀ ਬਖਸ਼ ਉੱਤਰ ਦੇ ਕੇ ਖੁਸ਼ੀ ਪ੍ਰਦਾਨ ਕੀਤੀ ਸੀ। ਮੈਂ ਤੁਹਾਨੂੰ ਉਹ ਪ੍ਰਸੰਗ ਕਹਿੰਦਾ ਹਾਂ। ਇੱਕ ਵਾਰ ਦੇਵ ਰਿਸ਼ੀ ਨਾਰਦ ਜੀ ਤਪੱਸਿਆ ਕਰਨ ਦੇ ਮੰਤਵ ਨਾਲ ਹਿਮਾਲਿਆ ਪਰਬਤ ਤੇ ਜਾ ਪਹੁੰਚੇ ਅਤੇ ਉੱਥੇ ਸ਼੍ਰੀ ਗੰਗਾ ਜੀ ਦੇ ਕਿਨਾਰੇ ਤੇ ਬੈਠ ਕੇ ਬਹੁਤ ਹੀ ਔਖੀ ਤਪੱਸਿਆ ਕਰਨ ਲੱਗੇ। ਉਹਨਾਂ ਨੇ ਨਿਸ਼ਫਲ ਭਾਵਾਂ ਨਾਲ ਕਈ ਸਾਲਾਂ ਤੱਕ ਘੋਰ ਤਪੱਸਿਆ ਕੀਤੀ। ਉਹਨਾਂ ਦੀ ਇਸ ਕਠਿਨ ਤਪੱਸਿਆ ਨੂੰ ਦੇਖ ਕੇ ਦੇਵਤਿਆਂ ਦੇ ਰਾਜਾ ਇੰਦਰ ਬਹੁਤ ਡਰ ਗਏ। ਉਹਨਾਂ ਨੇ ਇਹ ਸਮਝਿਆ ਕਿ ਨਾਰਦ ਜੀ ਮੇਰੇ ਇੰਦਰਾਸਨ ਪਦ ਦੀ ਪ੍ਰਾਪਤੀ ਲਈ ਹੀ ਅਜਿਹੀ ਅਨੋਖੀ ਤਪੱਸਿਆ ਕਰ ਰਹੇ ਹਨ। ਇਸ ਲਈ ਇੰਦਰ ਨੇ ਡਰ ਕੇ ਇਹ ਵਿਚਾਰ ਕੀਤਾ ਕਿ ਮੈਨੂੰ ਕਿਸੇ ਤਰ੍ਹਾਂ ਨਾਰਦ ਜੀ ਦੀ ਤਪੱਸਿਆ ਵਿੱਚ ਰੁਕਾਵਟ ਪਾਉਣੀ ਚਾਹੀਦੀ ਹੈ। ਇਹ ਨਿਸ਼ਚਾ ਕਰਕੇ ਉਹਨਾਂ ਨੇ ਆਪਣੇ ਮਿੱਤਰ ਕਾਮਦੇਵ ਨੂੰ ਆਪਣੇ ਕੋਲ ਬੁਲਾਇਆ। ਜਦ ਕਾਮਦੇਵ ਉਹਨਾਂ ਦੇ ਕੋਲ ਆਇਆ, ਉਹਨਾਂ ਨੇ ਉਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਹੇ ਦੋਸਤ, ਤੁਹਾਡੀ ਮਦਦ ਨਾਲ ਮੈਂ ਕਈ ਹੰਕਾਰੀਆਂ ਦੇ ਹੰਕਾਰਾਂ ਨੂੰ ਨਸ਼ਟ ਕੀਤਾ ਹੈ। ਇਸ ਸਮੇਂ ਦੇਵ ਰਿਸ਼ੀ ਨਾਰਦ ਜੀ ਹਿਮਾਲਿਆ ਪਰਬਤ ਤੇ ਬੈਠੇ ਹੋਏ ਸ਼ਿਵ ਜੀ ਦੀ ਤਪੱਸਿਆ ਕਰ ਰਹੇ ਹਨ। ਮੈਨੂੰ ਡਰ ਹੈ ਕਿ ਕਿਤੇ ਉਹ ਆਪਣੀ ਤਪੱਸਿਆ ਦੁਆਰਾ ਮੇਰਾ ਇੰਦਰਾਸਨ ਹੀ ਨਾ ਖੋਹ ਲੈਣ। ਇਸ ਲਈ ਤੁਸੀਂ ਕੋਈ ਸੁਝਾਅ ਦਿਓ ਜਿਸ ਨਾਲ ਨਾਰਦ ਜੀ ਦੀ ਤਪੱਸਿਆ ਭੰਗ ਹੋ ਜਾਵੇ। ਸੂਤ ਜੀ ਕਹਿਣ ਲੱਗੇ, ਹੇ ਰਿਸ਼ੀਓ, ਇੰਦਰ ਦੇ ਮੂੰਹੋਂ ਨਿਕਲੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਕਾਮਦੇਵ ਨੇ ਉਹਨਾਂ ਨੂੰ ਮਨੋਕਾਮਨਾ ਸਿੱਧੀ ਦਾ ਵਿਸ਼ਵਾਸ ਦਿਵਾਉਂਦੇ ਹੋਏ ਨਾਰਦ ਜੀ ਤੇ ਜਿੱਤ ਪਾਉਣ ਲਈ ਆਪਣੀ ਪੂਰੀ ਸੈਨਾ ਨੂੰ ਤਿਆਰ ਕੀਤਾ। ਉਸ ਦੇ ਬਾਅਦ ਉਹਨਾਂ ਨੇ ਨਾਰਦ ਜੀ ਕੋਲ ਪਹੁੰਚ ਕੇ ਉੱਥੇ ਚਾਰੇ ਪਾਸੇ ਆਪਣੀ ਮਾਇਆ ਫੈਲਾ ਦਿੱਤੀ। ਕਾਮਦੇਵ ਦੇ ਪ੍ਰਭਾਵ ਦੇ ਕਾਰਨ ਉਸ ਬੰਜਰ ਜ਼ਮੀਨ ਵਿੱਚ ਵੀ ਬਹੁਤ ਤਰ੍ਹਾਂ ਦੇ ਫੁੱਲ ਖਿੜ ਉੱਠੇ ਅਤੇ ਕੋਇਲ ਆਦਿ ਪੰਛੀ ਆਪਣੀ ਮਿੱਠੀ ਬੋਲੀ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਣ ਲੱਗੇ। ਦਿਲ ਵਿੱਚ ਕਾਮਦੇਵ ਨੂੰ ਜਗਾਉਣ ਵਾਲੀ 3 ਤਰ੍ਹਾਂ ਦੀ ਸ਼ੀਤਲ, ਮੰਦ ਤੇ ਸੁਗੰਧ ਹਵਾ ਵਹਿਣ ਲੱਗੀ। ਆਪਣੀ ਉਸ ਜਿੱਤੀ ਸੈਨਾ ਨੂੰ ਦੇਖ ਕੇ ਕਾਮਦੇਵ ਦੇ ਦਿਲ ਵਿੱਚ ਬਹੁਤ ਖੁਸ਼ੀ ਹੋਈ। ਉਹ ਆਪਣੀ ਸ਼ਕਤੀ ਨਾਲ ਜੋ ਕੁਝ ਵੀ ਕਰ ਸਕਦਾ ਸੀ ਉਸਨੇ ਕਰ ਲਿਆ, ਪਰ ਉਸ ਦੇ ਕ੍ਰਿਤੀਆਂ ਨਾਲ ਨਾਰਦ ਜੀ ਦਾ ਮਨ ਜਰਾ ਵੀ ਨਾ ਡੋਲਿਆ। ਹੇ ਰਿਸ਼ੀਓ, ਨਾਰਦ ਜੀ ਦਾ ਮਨ ਨਾ ਡੋਲਣ ਦਾ ਜੋ ਕਾਰਨ ਸੀ ਉਸ ਨੂੰ ਮੈਂ ਤੁਹਾਨੂੰ ਸੁਣਾਉਂਦਾ ਹਾਂ। ਕਾਰਨ ਸਿਰਫ ਇਹੀ ਸੀ ਕਿ ਜਿਸ ਥਾਂ ਤੇ ਨਾਰਦ ਜੀ ਬੈਠੇ ਹੋਏ ਤਪੱਸਿਆ ਕਰ ਰਹੇ ਸਨ, ਉਸੇ ਥਾਂ ਤੇ ਇੱਕ ਵਾਰ ਪਹਿਲੇ ਸਦਾਸ਼ਿਵ ਨੇ ਕਾਮਦੇਵ ਨੂੰ ਜਲਾ ਕੇ ਭਸਮ ਕਰ ਦਿੱਤਾ ਸੀ। ਫਿਰ ਉਸ ਨੂੰ ਜਿੰਦਾ ਹੋਣ ਦਾ ਵਰਦਾਨ ਦੇ ਕੇ ਇਹ ਕਿਹਾ ਸੀ ਕਿ ਹੋਰ ਥਾਵਾਂ ਤੇ ਭਾਵੇਂ ਤੇਰਾ ਪ੍ਰਭਾਵ ਹੋਵੇ, ਪਰ ਇਸ ਥਾਂ ਤੇ ਕਦੀ ਕੋਈ ਵੀ ਅਸਰ ਨਹੀਂ ਹੋ ਸਕੇਗਾ। ਇਹੀ ਕਾਰਨ ਸੀ ਜਿਸ ਨਾਲ ਕਾਮਦੇਵ ਨਿਰਾਸ਼ ਤੇ ਸ਼ਰਮਿੰਦਾ ਹੋ ਕੇ ਇੰਦਰ ਦੇ ਕੋਲ ਵਾਪਸ ਚਲਾ ਗਿਆ ਅਤੇ ਉਹਨਾਂ ਨੂੰ ਆਪਣੇ ਨਿਸ਼ਫਲ ਮਨੋਰਥ ਹੋਣ ਦਾ ਸਭ ਕਿੱਸਾ ਕਹਿ ਸੁਣਾਇਆ। ਕਾਮਦੇਵ ਦੀ ਗੱਲ ਸੁਣ ਕੇ ਦੇਵਰਾਜ ਇੰਦਰ ਦੀ ਸਭਾ ਦੇ ਲੋਕ ਨਾਰਦ ਜੀ ਦੀ ਭਗਤੀ ਦੀ ਤਾਰੀਫ ਕਰਨ ਲੱਗੇ। ਹੇ ਰਿਸ਼ੀਓ, ਇਧਰ ਆਪਣੀ ਤਪੱਸਿਆ ਪੂਰੀ ਹੋ ਜਾਣ ਤੇ ਨਾਰਦ ਜੀ ਨੂੰ ਯੋਗ ਦ੍ਰਿਸ਼ਟੀ ਦੁਆਰਾ ਜਦੋਂ ਇਹ ਪਤਾ ਲੱਗਾ ਕਿ ਉਹਨਾਂ ਤੇ ਜਿੱਤ ਪ੍ਰਾਪਤ ਕਰਨ ਲਈ ਇੱਥੇ ਕਾਮਦੇਵ ਆਇਆ ਸੀ, ਪਰ ਉਹ ਅਸਫਲ ਹੋ ਕੇ ਵਾਪਸ ਪਰਤ ਗਿਆ ਹੈ, ਤਾਂ ਉਹਨਾਂ ਦੇ ਮਨ ਵਿੱਚ ਕੁਝ ਹੰਕਾਰ ਪੈਦਾ ਹੋਇਆ। ਉਹਨਾਂ ਨੇ ਸਮਝਿਆ ਕਿ ਉਹ ਕਾਮਦੇਵ ਤੋਂ ਵੀ ਵੱਧ ਸ਼ਕਤੀਸ਼ਾਲੀ ਹੈ। ਇਸ ਰਾਜ ਨੂੰ ਉਹ ਨਹੀਂ ਜਾਣ ਸਕੇ ਕਿ ਇਹ ਮੇਰਾ ਨਹੀਂ, ਇਸ ਤਪੋ ਭੂਮੀ ਦਾ ਪ੍ਰਤਾਪ ਹੈ। ਸੋ ਨਾਰਦ ਜੀ ਆਪਣੇ ਤਪੋਬਲ ਨੂੰ ਬਹੁਤ ਘੁਮੰਡ ਕਰਦੇ ਹੋਏ ਉੱਥੋਂ ਉੱਠ ਕੇ ਸ਼ਿਵ ਜੀ ਦੇ ਕੋਲ ਪੁੱਜੇ ਅਤੇ ਬਹੁਤ ਖੁਸ਼ ਹੋ ਕੇ ਉਹਨਾਂ ਨੂੰ ਆਪਣੀ ਤਪੱਸਿਆ ਦਾ ਸਭ ਹਾਲ ਸੁਣਾਉਣ ਲੱਗੇ।
ਨਾਰਦ ਜੀ ਦੀ ਗੱਲ ਸੁਣ ਕੇ ਸ਼ਿਵ ਜੀ ਨੇ ਉਹਨਾਂ ਨੂੰ ਸਮਝਾਉਂਦੇ ਹੋਏ ਕਿਹਾ, ਹੇ ਦੇਵ ਰਿਸ਼ੀ, ਕਾਮਦੇਵ ਤੇ ਜਿੱਤ ਪਾਉਣ ਦੀ ਸਮਰੱਥਾ ਤਿੰਨਾਂ ਲੋਕਾਂ ਵਿੱਚੋਂ ਕਿਸੇ ਦੇ ਕੋਲ ਨਹੀਂ ਹੈ। ਤੁਸੀਂ ਮੈਨੂੰ ਤਾਂ ਇਹ ਗੱਲ ਕਹਿ ਦਿੱਤੀ, ਪਰ ਮੈਂ ਤੁਹਾਨੂੰ ਸਮਝਾਉਂਦਾ ਹਾਂ ਕਿ ਤੁਸੀਂ ਵਿਸ਼ਨੂੰ ਲੋਕ ਵਿੱਚ ਜਾ ਕੇ ਇਸ ਗੱਲ ਨੂੰ ਨਾ ਕਹਿ ਦੇਣਾ। ਤੁਸੀਂ ਇਸ ਗੱਲ ਨੂੰ ਆਪਣੇ ਮਨ ਵਿੱਚ ਹੀ ਲੁਕਾ ਕੇ ਰੱਖਣਾ। ਹੇ ਰਿਸ਼ੀਓ, ਹੰਕਾਰ ਵਿੱਚ ਡੁੱਬੇ ਹੋਏ ਨਾਰਦ ਜੀ ਨੇ ਸ਼ਿਵ ਜੀ ਦੀ ਇਹ ਗੱਲ ਚੰਗੀ ਨਾ ਲੱਗੀ, ਸੋ ਉਹ ਉਹਨਾਂ ਤੋਂ ਵਿਦਾ ਲੈ ਕੇ ਬ੍ਰਹਮਾ ਜੀ ਕੋਲ ਪੁੱਜੇ। ਉੱਥੇ ਵੀ ਉਹਨਾਂ ਨੇ ਆਪਣੀ ਤਾਰੀਫ ਕਰਦੇ ਹੋਏ ਤਪੱਸਿਆ ਤੇ ਕਾਮਦੇਵ ਦੇ ਜਿੱਤ ਪਾਉਣ ਦਾ ਕਿੱਸਾ ਕਹਿ ਸੁਣਾਇਆ। ਆਪਣੇ ਪੁੱਤਰ ਨਾਰਦ ਦੇ ਇਸ ਹੰਕਾਰ ਨੂੰ ਦੇਖ ਕੇ ਬ੍ਰਹਮ ਜੀ ਨੇ ਭਗਵਾਨ ਸਦਾ ਸ਼ਿਵ ਦੀ ਤਰ੍ਹਾਂ ਉਹਨਾਂ ਨੂੰ ਬਹੁਤ ਕੁਝ ਸਮਝਾਇਆ, ਪਰ ਨਾਰਦ ਜੀ ਦੇ ਮਨ ਵਿੱਚ ਹੰਕਾਰ ਆਪਣਾ ਘਰ ਬੈਠਾ ਸੀ। ਇਸ ਲਈ ਪਿਤਾ ਦਾ ਸਮਝਾਉਣਾ ਵੀ ਉਹਨਾਂ ਨੂੰ ਚੰਗਾ ਨਾ ਲੱਗਾ ਅਤੇ ਉਹ ਉੱਥੋਂ ਉੱਠ ਕੇ ਵਿਸ਼ਨੂੰ ਲੋਕ ਆ ਪੁੱਜੇ। ਨਾਰਦ ਜੀ ਨੂੰ ਆਇਆ ਦੇਖ ਕੇ ਭਗਵਾਨ ਵਿਸ਼ਨੂੰ ਨੇ ਆਪਣੇ ਆਸਨ ਤੋਂ ਉੱਠ ਕੇ ਉਹਨਾਂ ਨੂੰ ਆਪਣੇ ਗਲੇ ਨਾਲ ਲਗਾਉਂਦੇ ਹੋਏ ਪੁੱਛਿਆ, ਹੇ ਦੇਵ ਰਿਸ਼ੀ, ਹੁਣ ਤੱਕ ਤੁਸੀਂ ਕਿੱਥੇ ਰਹੇ? ਇਹ ਸੁਣ ਕੇ ਨਾਰਦ ਜੀ ਨੇ ਆਪਣੀ ਤਪੱਸਿਆ ਅਤੇ ਕਾਮਦੇਵ ਉੱਤੇ ਜਿੱਤ ਪ੍ਰਾਪਤ ਕਰਨ ਦਾ ਪੂਰਾ ਕਿੱਸਾ ਉਹਨਾਂ ਨੂੰ ਵੀ ਕਹਿ ਦਿੱਤਾ। ਉਸ ਸਮਾਚਾਰ ਨੂੰ ਸੁਣ ਕੇ ਭਗਵਾਨ ਵਿਸ਼ਨੂੰ ਸ਼ਿਵ ਜੀ ਦੀ ਇੱਛਾ ਸਮਝ ਕੇ ਮਨ ਹੀ ਮਨ ਹੱਸਦੇ ਹੋਏ ਕਹਿਣ ਲੱਗੇ, ਹੇ ਨਾਰਦ ਜੀ, ਜਿਹੜੇ ਮਨੁੱਖ ਬ੍ਰਹਮ ਗਿਆਨੀ ਨਹੀਂ ਹਨ ਅਤੇ ਪਰ ਬ੍ਰਹਮ ਦੀ ਆਰਾਧਨਾ ਤੋਂ ਪਰੇ ਹਨ, ਉਹਨਾਂ ਦੇ ਦਿਲ ਵਿੱਚ ਮੋਹ ਉਜਾਗਰ ਹੁੰਦਾ ਹੈ। ਤੁਸੀਂ ਤਾਂ ਬ੍ਰਹਮਚਰ ਵਰਤ ਧਾਰਨ ਕਰਨ ਵਾਲੇ ਹੋ, ਤਾਂ ਭਲਾ ਕਾਮਦੇਵ ਤੁਹਾਡਾ ਬੁਰਾ ਕਿਵੇਂ ਕਰ ਸਕਦਾ ਹੈ? ਭਗਵਾਨ ਵਿਸ਼ਨੂੰ ਦੇ ਮੂੰਹੋਂ ਇਹਨਾਂ ਸ਼ਬਦਾਂ ਨੂੰ ਸੁਣ ਕੇ ਨਾਰਦ ਜੀ ਹੋਰ ਵੀ ਹੰਕਾਰ ਨਾਲ ਭਰ ਗਏ ਅਤੇ ਇਸ ਤਰ੍ਹਾਂ ਹੰਕਾਰ ਭਰੇ ਵਚਨ ਕਹਿਣ ਲੱਗੇ, ਹੇ ਪ੍ਰਭੂ, ਮੈਨੂੰ ਇਹ ਸ਼ਕਤੀ ਤੁਹਾਡੀ ਕਿਰਪਾ ਨਾਲ ਹੀ ਪ੍ਰਾਪਤ ਹੋਈ ਹੈ। ਜੈ ਗੁਰੂ ਜੀ।